ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ ਜੀ, ਵਰੁਣ ਕੌਰ ਮਾਨ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਬਾਰੇ ਰਾਹਤ ਦੀ ਖਬਰ ਹੈ। ਦਿੱਲੀ ਸਰਕਾਰ ਨੇ ਵਿਦੇਸ਼ ਜਾਣ ਵਾਲੇ ਅੱਧੇ ਲੋਕਾਂ ਨੂੰ ਜਾਰੀ ਕੀਤੇ ਨੇ ਪਰਮਿਟ। ਅਮਰੀਕਾ ਵਿੱਚ ਹਵਾਬਾਜ਼ੀ ਕੰਪਨੀਆਂ ਨੇ 1500 ਤੋਂ ਵੱਧ ਉਡਾਣਾਂ ਕੀਤੀਆਂ ਰੱਦ। ਕਿਊਬੈਕ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਨਿੱਜੀ ਕਾਲਜਾਂ ਦੀ ਪੜ੍ਹਾਈ ਮਗਰੋਂ ਨਹੀਂ ਮਿਲੇਗਾ ਵਰਕ ਪਰਮਿਟ। ਕੈਨੇਡਾ ਦੇ ਹਵਾਈ ਅੱਡਿਆਂ ਤੇ ਕਰੋਨਾ ਟੈਸਟ ਬੰਦ। ਕੈਨੇਡਾ ਵਿੱਚ ਕੱਚੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮਿਲੇਗਾ ਨਵਾਂ ਮੌਕਾ। ਸਰਵਿਸ ਕੈਨੇਡਾ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਨੇ 43 ਲੱਖ ਪਾਸਪੋਰਟ ਅਰਜ਼ੀਆਂ। ਯਾਤਰੀਆਂ ਕੋਲ ਵੈਲਿਡ ਟਿਕਟ ਹੋਣ ਤੇ ਬੋਰਡਿੰਗ ਤੋਂ ਇਨਕਾਰ ਕਰਨਾ 에ਅਰਲਾਈਨਾਂ ਨੂੰ ਪਏਗਾ ਮਹਿੰਗਾ, ਦੇਣਾ ਹੋਏਗਾ ਮੁਆਵਜ਼ਾ। ਮੈਕਸੀਕੋ ਵਿੱਚ ਇੱਕ ਟਰੱਕ ਵਿੱਚ ਸਵਾਰ ਮਿਲੇ ਭਾਰਤ ਸਮੇਤ 16 ਦੇਸ਼ਾਂ ਦੇ 366 ਪ੍ਰਵਾਸੀ। ਯੂਕੇ ਦੇ ਹਵਾਈ ਅੱਡਿਆਂ ਦੇ ਕਾਮਿਆਂ ਦੀ ਘਾਟ ਕਾਰਨ ਉਡਾਣਾਂ 'ਚ ਕਟੌਤੀ। 10 ਤੋਂ 15% ਤੱਕ ਕਿਰਾਇਆ ਵਧਾਉਣ ਦੀ ਤਿਆਰੀ ਵਿੱਚ 에ਅਰਲਾਈਨ ਕੰਪਨੀਆਂ। ਨਿਊਜ਼ੀਲੈਂਡ ਨੇ ਦੇਸ਼ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ। ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਅਹਿਮ ਖਬਰ, ਸਰਕਾਰ ਨੇ ਲਏ ਅਹਿਮ ਫੈਸਲੇ। ਚੀਨ ਨੇ 2 ਸਾਲ ਪਹਿਲਾਂ ਭਾਰਤੀਆਂ ਤੇ ਲਾਈ ਕੋਵਿਡ ਵੀਜ਼ਾ ਪਾਬੰਦੀ ਹਟਾ ਦਿੱਤੀ ਹੈ। ਖੇਤਰੀ ਪਾਸਪੋਰਟ ਅਧਿਕਾਰੀਆਂ ਵੱਲੋਂ PCC ਅਪਾਇੰਟਮੈਂਟ ਕੋਟਾ ਰੋਜ਼ਾਨਾ 600 ਕੀਤੇ ਜਾਣ ਨਾਲ ਬਿਨੇਕਾਰਾਂ ਨੂੰ ਇਸ ਹਫ਼ਤੇ ਵੱਡੀ ਰਾਹਤ ਮਿਲਣ ਦੀ ਖਬਰ ਆਈ ਹੈ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਸ਼ੁਰੂਆਤ ਕਰਦੇ ਹਾਂ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਤੋਂ। ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਮੰਗ ਕਰ ਰਹੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਇੱਕ ਵਾਰ ਫਿਰ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦਿੱਲੀ ਸਰਕਾਰ ਨੇ ਇਸ ਸਾਲ ਵਿਦੇਸ਼ ਜਾਣ ਵਾਲੇ ਲਗਭਗ ਅੱਧੇ ਲੋਕਾਂ ਨੂੰ ਪਰਮਿਟ ਜਾਰੀ ਕਰ ਦਿੱਤੇ ਨੇ। ਦਿੱਲੀ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਟਰਾਂਸਪੋਰਟ ਵਿਭਾਗ ਨੇ ਅਮਰੀਕਾ ਤੇ ਕੈਨੇਡਾ ਜਾਣ ਵਾਲੇ ਵੱਡੀ ਗਿਣਤੀ ਲੋਕਾਂ ਨੂੰ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜਾਰੀ ਕੀਤੇ ਨੇ। ਜਾਣਕਾਰੀ ਮੁਤਾਬਕ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਕਾਰਨ ਇਸ ਸਾਲ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਕਾਫੀ ਮੰਗ ਹੈ। ਦੱਸ ਦਈਏ ਕਿ ਕਰੋਨਾ ਦੇ ਮਾਮਲਿਆਂ ਵਿੱਚ ਕਮੀ ਤੋਂ ਬਾਅਦ ਅੰਤਰਰਾਸ਼ਟਰੀ ਉਡਾਣ ਵਿੱਚ ਕੁਝ ਰਿਆਇਤ ਦਿੱਤੀ ਗਈ ਹੈ, ਜਿਸ ਕਾਰਨ ਮੰਗ ਵੱਧ ਗਈ ਹੈ। ਕਰੋਨਾ ਮਹਾਮਾਰੀ ਦੇ ਕਾਰਨ ਫਲਾਈਟ ਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਸ ਕਾਰਨ ਸਾਲ 2020 ਤੇ ਸਾਲ 2021 ਦੇ ਵਿਚਕਾਰ ਇਸ ਦੀ ਮੰਗ ਬਹੁਤ ਘੱਟ ਸੀ। ਅੰਕੜਿਆਂ ਦੀ ਗੱਲ ਕਰੀਏ ਤਾਂ ਫਰਵਰੀ ਤੋਂ 7 ਜੂਨ ਤੱਕ 4286 ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜਾਰੀ ਕੀਤੇ ਗਏ। ਅਧਿਕਾਰਤ ਅੰਕੜਿਆਂ ਮੁਤਾਬਕ ਇਸ ਸਾਲ ਫਰਵਰੀ ਤੋਂ 7 ਜੂਨ ਦਰਮਿਆਨ ਕੈਨੇਡਾ ਲਈ 986 ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜਾਰੀ ਕੀਤੇ ਗਏ, ਜਦੋਂ ਕਿ ਅਮਰੀਕਾ ਲਈ ਅਜਿਹੇ ਪਰਮਿਟਾਂ ਦੀ ਗਿਣਤੀ 1150 ਸੀ। ਜੇਕਰ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪਤਾ ਲੱਗੇਗਾ ਕਿ ਕੈਨੇਡਾ ਲਈ ਫਰਵਰੀ ਵਿੱਚ 116, ਮਾਰਚ ਵਿੱਚ 212, ਅਪ੍ਰੈਲ ਵਿੱਚ 302, ਮਈ ਵਿੱਚ 282 ਪਰਮਿਟ ਜਾਰੀ ਕੀਤੇ ਗਏ ਨੇ। ਇੱਥੇ ਇਸ ਮਹੀਨੇ ਦੇ ਪਹਿਲੇ ਹਫ਼ਤੇ ਇਹ ਅੰਕੜਾ 74 ਤੱਕ ਪਹੁੰਚ ਗਿਆ ਹੈ। ਹਵਾਬਾਜ਼ੀ ਕੰਪਨੀਆਂ ਨੇ ਵੀਰਵਾਰ ਨੂੰ ਅਮਰੀਕਾ ਵਿੱਚ 1500 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਨੇ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀਰਵਾਰ ਦਾ ਦਿਨ ਯਾਤਰਾ ਕਰਨ ਦੇ ਲਿਹਾਜ਼ ਨਾਲ ਹੁਣ ਤੱਕ ਤੇ ਸਭ ਤੋਂ ਖਰਾਬ ਦਿਨਾਂ ਵਿੱਚੋਂ ਇੱਕ ਰਿਹਾ। ਨਿਗਰਾਨੀ ਸੇਵਾ ਫਲਾਈਟ ਅਵੇਅਰ ਦੇ ਅਨੁਸਾਰ ਨਿਊਯਾਰਕ ਦੇ ਲਗਾਰਡੀਆ ਹਵਾਈ ਅੱਡੇ ਤੇ 1/3 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਨਿਊ ਜਰਸੀ ਨੇੜੇ ਨਿਵਾਕ ਲਿਬਰਟੀ ਹਵਾਈ ਅੱਡੇ ਤੇ 1/4 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਕੁਝ ਹਫ਼ਤੇ ਪਹਿਲਾਂ ਹਵਾਬਾਜ਼ੀ ਕੰਪਨੀਆਂ ਨੇ ਮੈਮੋਰੀਅਲ ਡੇ ਵੀਕਐਂਡ ਦੇ ਆਸ-ਪਾਸ 5 ਦਿਨਾਂ ਦੀ ਮਿਆਦ ਵਿੱਚ ਲਗਭਗ 2800 ਉਡਾਣਾਂ ਰੱਦ ਕਰ ਦਿੱਤੀਆਂ ਸਨ। ਹਵਾਬਾਜ਼ੀ ਕੰਪਨੀ ਦੇ ਮੁੱਖ ਕਾਰਜਕਾਰੀ ਪ੍ਰਬੰਧਕਾਂ ਨਾਲ ਅਮਰੀਕਾ ਦੇ ਟਰਾਂਸਪੋਰਟ ਮੰਤਰੀ ਟਰਾਂਸਪੋਰਟੇਸ਼ਨ ਮੰਤਰੀ ਪੀਟ ਬੂਟੀਗ ਨੇ ਕਿਹਾ ਹੈ ਕਿ ਆਨਲਾਈਨ ਮੀਟਿੰਗ ਕੀਤੀ ਗਈ ਹੈ। ਬੂਟੀਗੀਗ ਨੇ NBC ਨਿਊਜ਼ ਨੂੰ ਦੱਸਿਆ ਹੈ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਇੱਕ ਅਜਿਹਾ ਸਮਾਂ ਹੈ ਜਦੋਂ ਅਸੀਂ ਯਾਤਰੀਆਂ ਲਈ ਭਰੋਸੇਯੋਗ ਸੇਵਾ ਪ੍ਰਦਾਨ ਕਰਵਾਉਣ ਦੇ ਮਾਮਲੇ ਵਿੱਚ ਉਹਨਾਂ ਤੇ ਭਰੋਸਾ ਕਰ ਰਹੇ ਹਾਂ। ਹਵਾਬਾਜ਼ੀ ਕੰਪਨੀਆਂ ਕਰਮਚਾਰੀਆਂ, ਖਾਸ ਤੌਰ ਤੇ ਪਾਇਲਟਾਂ ਦੀ ਕਮੀ ਨਾਲ ਜੂਝ ਰਹੀਆਂ ਨੇ, ਜਿਸ ਨਾਲ ਉਹਨਾਂ ਦੀਆਂ ਯੋਜਨਾਬੱਧ ਉਡਾਣਾਂ ਨੂੰ ਚਲਾਉਣ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ। ਪਾਇਲਟ ਯੂਨੀਅਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਕੰਪਨੀਆਂ ਉਹਨਾਂ ਪਾਇਲਟਾਂ ਦੇ ਸਥਾਨ ਤੇ ਹੋਰ ਪਾਇਲਟਾਂ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਵਿੱਚ ਹੌਲੀ ਰਹੀਆਂ ਨੇ, ਜੋ ਮਹਾਮਾਰੀ ਦੀ ਸ਼ੁਰੂਆਤ ਵਿੱਚ ਸੇਵਾ ਮੁਕਤ ਹੋਏ ਜਾਂ ਗੈਰ ਹਾਜ਼ਰ ਸਨ। ਕੈਨੇਡਾ ਵਿੱਚ ਪੜ੍ਹਨ ਜਾ ਰਹੇ ਵਿਦੇਸ਼ੀ ਨੌਜਵਾਨਾਂ ਦੇ ਉੱਥੇ ਪੱਕੇ ਹੋਣ ਦੇ ਮੌਕਿਆਂ ਵਿੱਚ ਓਪਨ ਵਰਕ ਪਰਮਿਟ ਰੀੜ੍ਹ ਦੀ ਹੱਡੀ ਵਜੋਂ ਸਹਾਇਤਾ ਕਰਦਾ ਹੈ। ਉਸ ਦੇਸ਼ ਵਿੱਚ ਕਿਊਬੈਕ ਇੱਕ ਅਜਿਹਾ ਪ੍ਰਾਂਤ ਹੈ ਜਿੱਥੇ ਨਿੱਜੀ ਕਾਲਜ ਤੋਂ ਪੜ੍ਹਾਈ ਖਤਮ ਕਰਕੇ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ, ਜਦਕਿ ਬਾਕੀ ਸਾਰੇ ਪ੍ਰਾਂਤਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਵਾਸਤੇ ਉਹਨਾਂ ਅਦਾਰਿਆਂ ਯਾਨੀ ਕਿ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨਸ ਵਿੱਚ ਪੜ੍ਹਨਾ ਜ਼ਰੂਰੀ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ ਫੰਡਿੰਗ ਯਾਨੀ ਕਿ ਸਬਸਿਡੀ ਵੀ ਦਿੱਤੀ ਜਾਂਦੀ ਹੋਵੇ। ਬੀਤੇ ਸਮੇਂ ਤੋਂ ਕੁਝ ਨਿੱਜੀ ਕਾਲਜਾਂ ਵੱਲੋਂ ਦਿਵਾਲਾ ਕੱਢਣ ਅਤੇ ਵਿਦੇਸ਼ੀ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਲੈ ਕੇ ਉਗਰਾਹ ਕਰਕੇ ਦਿਵਾਲਾ ਕੱਢ ਦੇਣ ਅਤੇ ਹੋਰ ਧਾਂਦਲੀਆਂ ਚਰਚਿਤ ਰਹਿਣ ਤੋਂ ਬਾਅਦ
ਹੁਣ ਕੈਨੇਡਾ ਅਤੇ ਕਿਊਬੈਕ ਦੀਆਂ ਸਰਕਾਰਾਂ ਨੇ ਸਾਂਝੇ ਤੌਰ ਤੇ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕੀਤਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਅਤੇ ਕਿਊਬੈਕ ਦੇ ਕਿਰਤ ਮੰਤਰੀ ਜ਼ੀਨ ਬੂਲੇ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਤੰਬਰ 2023 ਤੋਂ ਨਿੱਜੀ ਕਾਲਜਾਂ ਵਿੱਚ ਪੜ੍ਹਾਈ ਪੂਰੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀ ਓਪਨ ਵਰਕ ਪਰਮਿਟ ਲੈਣ ਦੇ ਯੋਗ ਨਹੀਂ ਹੋਣਗੇ। ਇਸ ਰੋਕ ਨਾਲ ਵਿਦੇਸ਼ਾਂ ਤੋਂ ਨਿੱਜੀ ਕਾਲਜਾਂ ਵਿੱਚ ਦਾਖਲੇ ਆਪਣੇ ਆਪ ਖਤਮ ਹੋ ਜਾਣੇ ਨੇ, ਕਿਉਂਕਿ ਲੋਕਾਂ ਦਾ ਸਾਰਾ ਧਿਆਨ ਓਪਨ ਵਰਕ ਪਰਮਿਟ ਅਤੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵੱਲ ਹੁੰਦਾ ਹੈ, ਜਿਸ ਵਾਸਤੇ ਉੱਥੇ ਉਹਨਾਂ ਨੂੰ ਪੜ੍ਹਾਈਆਂ ਦੇ ਰਾਹਾਂ ਤੇ ਚੱਲਣਾ ਪੈਂਦਾ ਹੈ। ਭਾਰਤ ਤੋਂ ਕਿਊਬੈਕ ਵਿੱਚ ਵਿਦਿਆਰਥੀਆਂ ਵਜੋਂ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਬੀਤੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ ਵਧੀ ਹੈ, ਜੋ 2017 ਵਿੱਚ 2686 ਤੋਂ ਵੱਧ ਕੇ 2020 ਵਿੱਚ 14712 ਹੋ ਗਈ ਸੀ। ਇਹ ਵੀ ਕਿ ਉਹਨਾਂ ਵਿੱਚ ਬਹੁਤ ਵੱਡੀ ਗਿਣਤੀ ਨੌਜਵਾਨ ਨਿੱਜੀ ਕਾਲਜਾਂ ਵਿੱਚ ਦਾਖਲਾ ਲੈ ਕੇ ਗਏ ਤੇ ਜਦ ਕਿਸੇ ਕਾਲਜ ਵੱਲੋਂ ਖੱਜਲ ਖੁਆਰ ਕੀਤਾ ਜਾਂਦਾ ਸੀ ਤਾਂ ਪਰੇਸ਼ਾਨ ਹੋਣ ਵਾਲੇ ਮੁੰਡੇ ਅਤੇ ਕੁੜੀਆਂ ਆਮ ਤੌਰ ਤੇ ਭਾਰਤੀ ਹੀ ਹੁੰਦੇ ਸਨ। ਕੋਰੋਨਾ ਦੇ ਹਾਲਾਤ ਕਾਬੂ ਹੇਠ ਹੋਣ ਅਤੇ ਲੋਕਾਂ ਨੂੰ ਹਵਾਈ ਸਫ਼ਰ ਕਰਨ ਦੀ ਖੁੱਲ੍ਹ ਮਿਲਣ ਤੋਂ ਬਾਅਦ ਕੈਨੇਡਾ ਦੇ ਹਵਾਈ ਅੱਡਿਆਂ ਅੰਦਰ ਆ ਜਾ ਰਹੇ ਮੁਸਾਫਰਾਂ ਦੀ ਵੱਡੀ ਭੀੜ ਲੱਗੀ ਰਹਿਣ ਲੱਗੀ ਹੈ, ਜਿਸ ਦਾ ਸੁਚੱਜਾ ਪ੍ਰਬੰਧ ਕਰਨ ਦੇ ਯਤਨ ਵਜੋਂ ਦੇਸ਼ ਵਿੱਚ ਵਿਦੇਸ਼ਾਂ ਤੋਂ ਜਹਾਜ਼ਾਂ ਰਾਹੀਂ ਪੁੱਜਣ ਵਾਲੇ ਵਿਅਕਤੀਆਂ ਦੇ ਜੋ ਚੋਣਵੇਂ ਤਰੀਕੇ ਨਾਲ ਕੋਵਿਡ ਟੈਸਟ ਕੀਤੇ ਜਾਂਦੇ ਨੇ, ਉਹ ਟੈਸਟ 30 ਜੂਨ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਕੈਨੇਡਾ ਦੇ ਆਵਾਜਾਈ ਮੰਤਰੀ ਉਮਾਰ ਅਲਗਬਰਾ ਦੇ ਐਲਾਨ ਅਨੁਸਾਰ ਕੋਰੋਨਾ ਵਾਇਰਸ ਤੋਂ ਬਚਾਅ ਦੀ ਵੈਕਸੀਨ ਦੇ ਦੋਵੇਂ ਟੀਕੇ ਲਗਵਾ ਚੁੱਕੇ ਲੋਕਾਂ ਦਾ ਟੈਸਟ ਨਹੀਂ ਕੀਤਾ ਜਾਏਗਾ, ਪਰ 1 ਜੁਲਾਈ ਤੋਂ ਟੈਸਟ ਕਰਨ ਦੀ ਜਗ੍ਹਾ ਹਵਾਈ ਅੱਡੇ ਤੋਂ ਬਾਹਰ ਨਿਯਤ ਕੀਤੀ ਜਾਏਗੀ। ਇਸੇ ਦੌਰਾਨ ਓਨਟਾਰੀਓ ਸਰਕਾਰ ਨੇ ਪ੍ਰਾਂਤ ਵਿੱਚ ਮਾਸਕ ਪਾਉਣ ਦੀ ਸ਼ਰਤ ਹਟਾ ਲਈ ਹੈ ਤੇ ਲੋਕਾਂ ਨੂੰ ਆਪਣੀ ਮਰਜ਼ੀ ਅਨੁਸਾਰ ਮਾਸਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ, ਪਰ ਸੀਨੀਅਰ ਕੇਅਰ ਹੋਮਸ ਵਿੱਚ ਮਾਸਕ ਪਾਏ ਬਿਨਾਂ ਜਾਣ ਦਾ ਖੁੱਲ੍ਹ ਅਜੇ ਨਹੀਂ ਦਿੱਤੀ ਗਈ। ਬਰੈਂਪਟਨ ਵਿੱਚ ਸਰਕਾਰੀ ਬੱਸਾਂ ਵਿੱਚ ਵੀ ਮਾਸਕ ਪਾਉਣ ਦੀ ਸ਼ਰਤ ਬੀਤੇ ਕੱਲ੍ਹ ਹਟਾ ਲੈਣ ਦਾ ਐਲਾਨ ਕੀਤਾ ਗਿਆ। ਇਸੇ ਦੌਰਾਨ ਕੋਰੋਨਾ ਨੂੰ ਅਜੇ ਖਤਮ ਨਹੀਂ ਸਮਝਿਆ ਜਾ ਰਿਹਾ। ਓਨਟਾਰੀਓ 'ਚ ਬੀਤੇ ਹਫ਼ਤੇ 40 ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ ਤੇ ਹਸਪਤਾਲਾਂ ਵਿੱਚ ਲਗਭਗ 500 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕੈਨੇਡਾ ਵਿੱਚ ਜਾਣ ਅਤੇ ਰਹਿਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਵਿਚਾਰ ਅਧੀਨ ਪਈਆਂ ਅਰਜ਼ੀਆਂ ਦੀ ਗਿਣਤੀ ਹੁਣ 24 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ, ਜੋ ਕਿ ਇਸ ਸਾਲ ਦੇ ਸ਼ੁਰੂ ਵਿੱਚ 18 ਲੱਖ ਦੇ ਕਰੀਬ ਸੀ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਲਈ ਨਵਾਂ ਪ੍ਰੋਗਰਾਮ ਤਿਆਰੀ ਅਧੀਨ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਦਾਖਲ ਹੋ ਸਕਣ ਵਾਲੇ ਵਿਦੇਸ਼ੀਆਂ ਨੂੰ ਪੱਕੀ ਇਮੀਗ੍ਰੇਸ਼ਨ ਦਾ ਮੌਕਾ ਦੇਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ। ਸੰਸਦ ਵਿੱਚ ਮਤਾ ਪਾਸ ਹੋਣ ਬਾਅਦ ਅਗਲੇ 4 ਮਹੀਨਿਆਂ 'ਚ ਇਸ ਬਾਰੇ ਐਲਾਨ ਹੋਣ ਦੀ ਸੰਭਾਵਨਾ ਹੈ। ਦੇਸ਼ ਵਿੱਚ ਕਾਮਿਆਂ ਦੀ ਘਾਟ ਦੇ ਚਲਦਿਆਂ ਕੈਨੇਡਾ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਮਾਹਿਰਾਂ ਲਈ ਵੀਜ਼ਾ ਅਤੇ ਇਮੀਗ੍ਰੇਸ਼ਨ ਨਿਯਮ ਢਿੱਲੇ ਰੱਖੇ ਜਾਂਦੇ ਨੇ। ਵਿਦੇਸ਼ੀ ਵਿਦਿਆਰਥੀਆਂ ਨੂੰ ਪੱਕੇ ਹੋਣ ਲਈ ਆਸਾਨ ਮੌਕੇ ਦੇਣ ਲਈ ਵੀ ਇਮੀਗ੍ਰੇਸ਼ਨ ਨਿਯਮ ਨਰਮ ਕੀਤੇ ਜਾ ਰਹੇ ਨੇ। ਬੀਤੇ ਸਾਲ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਤੇ ਵਰਕ ਪਰਮਿਟ ਉੱਪਰ ਕੰਮ ਕਰ ਰਹੇ ਕਾਮਿਆਂ ਨੂੰ ਪੱਕੇ ਹੋਣ ਦੇ ਮਿਲੇ ਮੌਕੇ ਦਾ ਫਾਇਦਾ ਉਠਾ ਕੇ 84,177 ਲੋਕਾਂ ਨੇ ਪੱਕੀ ਇਮੀਗ੍ਰੇਸ਼ਨ ਅਪਲਾਈ ਕੀਤੀ ਸੀ, ਜਿਨ੍ਹਾਂ ਵਿੱਚੋਂ 2021 ਚ 23,885 ਅਤੇ 2022 ਦੇ 30 ਅਪ੍ਰੈਲ ਤੱਕ 22,190 ਅਰਜ਼ੀਆਂ ਸਵੀਕਾਰ ਕਰਕੇ ਪਰਮਾਨੈਂਟ ਰੈਜ਼ੀਡੈਂਟੀ ਦਿੱਤੀ ਜਾ ਚੁੱਕੀ ਹੈ। ਇਸ ਦੌਰਾਨ ਕੈਨੇਡਾ ਦੇ ਵੀਜ਼ਾ ਦੀ ਦੁਰਵਰਤੋਂ ਕਰ ਰਹੇ ਲੋਕਾਂ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਮੋੜਨ ਦਾ ਸਿਲਸਿਲਾ ਵੀ ਜਾਰੀ ਰਹਿੰਦਾ ਹੈ। ਸਰਵਿਸ ਕੈਨੇਡਾ ਦੇ ਦਾਅਵੇ ਥੋਥੇ ਸਾਬਤ ਹੋ ਰਹੇ ਨੇ ਅਤੇ ਪਾਸਪੋਰਟ ਨਵਿਆਉਣ ਜਾਂ ਨਵਾਂ ਪਾਸਪੋਰਟ ਬਣਾਉਣ ਲਈ ਕਤਾਰ ਵਿੱਚ ਲੱਗੇ ਲੋਕਾਂ ਨੂੰ ਘੰਟਿਆਂ ਬੱਧੀ ਉਡੀਕ ਕਰਨੀ ਪੈ ਰਹੀ ਹੈ। ਮਾਰਚ 2023 ਤੱਕ 43 ਲੱਖ ਪਾਸਪੋਰਟ ਅਰਜ਼ੀਆਂ ਆਉਣ ਦੀ ਪੇਸ਼ਨਗੋਈ ਨੇ ਕੈਨੇਡਾ ਦੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨੂੰ ਕੰਬਣੀ ਛੇੜ ਦਿੱਤੀ ਹੈ, ਜੋ ਪਾਸਪੋਰਟ ਬਣਾਉਣ ਅਤੇ ਨਵਿਆਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ 12 ਜੂਨ ਨੂੰ ਖਤਮ ਹੋਏ ਹਫ਼ਤੇ ਦੌਰਾਨ 72% ਕੈਨੇਡੀਅਨਸ ਨੂੰ ਨਵੇਂ ਪਾਸਪੋਰਟਸ ਲਈ 40 ਕੰਮਕਾਜੀ ਦਿਨ ਉਡੀਕ ਕਰਨੀ ਪਈ, ਜਦਕਿ ਖੁਦ ਸਰਵਿਸ ਕੈਨੇਡਾ ਦੇ ਦਫ਼ਤਰ ਪਹੁੰਚਣ ਵਾਲਿਆਂ ਨੂੰ 10 ਕੰਮਕਾਜੀ ਦਿਨਾਂ ਦੇ ਅੰਦਰ ਪਾਸਪੋਰਟ ਮਿਲ ਗਿਆ। ਯਾਤਰੀਆਂ ਨੂੰ ਬੋਰਡਿੰਗ ਤੋਂ ਇਨਕਾਰ ਕਰਨ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਸਖਤ ਹੋ ਗਿਆ। ਹੁਣ ਜੇਕਰ ਕੋਈ ਵੀ 에ਅਰਲਾਈਨ ਵੈਧ ਟਿਕਟ ਹੋਣ ਤੇ ਕਿਸੇ ਯਾਤਰੀ ਨੂੰ ਫਲਾਈਟ ਵਿੱਚ ਚੜ੍ਹਨ ਨਹੀਂ ਦਿੰਦੀ ਤਾਂ 에ਅਰਲਾਈਨ ਕੰਪਨੀ ਯਾਤਰੀ ਨੂੰ ਮੁਆਵਜ਼ਾ ਦੇਗੀ। ਪਹਿਲਾਂ ਯਾਤਰੀ ਨੂੰ ਮੁਆਵਜ਼ਾ ਦੇਣ ਦੀ ਕੋਈ ਵਿਵਸਥਾ ਨਹੀਂ ਸੀ। DGCA ਵੱਲੋਂ ਬੰਗਲੌਰ, ਹੈਦਰਾਬਾਦ ਤੇ ਨਵੀਂ ਦਿੱਲੀ ਵਿੱਚ ਕੀਤੀ ਗਈ ਜਾਂਚ ਸਾਹਮਣੇ ਆਇਆ ਸੀ ਕਿ 에ਅਰ ਇੰਡੀਆ ਨੇ ਗਲਤ ਤਰੀਕੇ ਨਾਲ ਕਈ ਯਾਤਰੀਆਂ ਨੂੰ ਬੋਰਡਿੰਗ ਤੋਂ ਮਨਾ ਕਰ ਦਿੱਤਾ ਸੀ, ਜਦੋਂ ਕਿ ਉਹਨਾਂ ਕੋਲ ਵੈਧ ਟਿਕਟ ਸੀ ਤੇ ਉਹ 에ਅਰਪੋਰਟ ਤੇ ਵੀ ਮੌਜੂਦ ਸੀ। DGCA ਨੇ ਵੈਧ ਟਿਕਟਾਂ ਹੋਣ ਦੇ ਬਾਵਜੂਦ ਯਾਤਰੀਆਂ ਨੂੰ ਸਵਾਰ ਹੋਣ ਤੋਂ ਇਨਕਾਰ ਕਰਨ ਤੇ 에ਅਰ ਇੰਡੀਆ ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ।
ਇਸ ਦੇ ਨਾਲ ਹੀ ਕੰਪਨੀਆਂ ਨੂੰ ਬੋਰਡਿੰਗ ਲੈ ਕੇ ਸਪਸ਼ਟ ਨੀਤੀ ਬਣਾਉਣ ਦੇ ਆਦੇਸ਼ ਦਿੱਤੇ ਗਏ। लगातार शिकायतां मिलन तो बाद डायरैक्टोरेट जनरल ऑफ सिविल एविएशन ने हुण एयरलाइनां लई बोर्डिंग नाल संबंधित नवे दिशा निर्देश जारी कीते ने। DGCA ने 14 जून नूं जारी प्रेस बयान विच कहा कि हर एयरलाइन लई नवे दिशा निर्देशों की पालना करनी जरूरी है। नवे दिशा निर्देशों के अनुसार जेकर किसी यात्री कोल वैध टिकट है, वो सवार होने के समय मौजूद है, फिर भी जेकर एयरलाइन उसनूं सवार होने तो रोकती है, यानी कि सवार होने तो मना कर देंदी है, तो एयरलाइन नूं 10,000 रुपए हरजाने वजों अदा करने पैणगे। यह हरजाना 24 घंटिया विच बदलवें प्रबंध करन ते यात्री नूं अदा करना होएगा। जेकर एयरलाइन 24 घंटिया यात्रियों लिए कोई बदलवा प्रबंध नहीं करती तो उसनूं 20,000 रुपए तक का हरजाना देना पेगा। एयर इंडिया कोल फिलहाल यात्रियों नूं बोर्डिंग तो इनकार करन दी कोई नीति नहीं है, ना ही एयरलाइन बोर्डिंग तो इनकार किए यात्रियों नूं कोई मुआवजा नहीं दिंदी है। DGCA ने कहा कि एयरलाइन इस मुद्दे नूं हल करन लई तुरंत एक प्रणाली स्थापित करन लई कह दिता गया है। जेकर एयरलाइन अजिहा करन विच सफल रही तो एयरलाइन के खिलाफ होर कदम चुके जा सकते हैं। मैक्सीको के इमीग्रेशन अधिकारियों को एक माल वाहक ट्रक विचों भारत समेत 16 देशों के 366 प्रवासी मिले। मैक्सीको के राष्ट्रीय इमीग्रेशन इंस्टीट्यूट मुताबक ट्रक 366 प्रवासियों को लिजा रहा सी, जिन्हां विच बांग्लादेश, भारत, नेपाल, यमन, उज़बेकिस्तान और दक्षिणी अफ्रीका के नागरिक शामिल ने। हाँ, क्यूबैक, डोमिनिकन रिपब्लिक, इक्वाडोर, बोलविया, पेरू और होर देशों के लोग भी ट्रक विच सवार सी। अधिकारियों को ट्रक दक्षिणी राज चियापास विच एक सड़क के किनारे खड़ा मिलिया। चियापास की सरहद ग्वाटेमाला नाल लगती है। बीते कुछ समय तो कामिਆਂ ਦੀ घाट कारण यूके के हवाई अड्डियां ते यात्रियों को भारी परेशानी का सामना करना पै रहा। अगले महीने हो रही गर्मियों दी छुट्टियां च कई तरह दी मुश्किलां पैदा होने का खदशा है। गैटविक हवाई अड्डे तो कामिਆਂ ਦੀ घाट कारण उड़ाणां विच कटौती की गई है। हवाई अड्डे वालों जारी बयान विच कहा गया है कि जुलाई महीने रोजाना उड़ाणां 825 और अगस्त विच 850 उड़ाणां चलणगीਆਂ, जबकि एक साल पहला इन्हां दिनां विच यह गिणती 900 तक सी। बीते हफ्तिਆਂ दौरान यूके के हवाई अड्डियां तो 10,000 तो वध भारतीयों ने उड़ाणा रद्द होने या देरी होने कारण परेशानियों का सामना किया है। गैटविक हवाई अड्डे ने कहा कि यात्रियों की सहूलत लिए 400 होर कामिਆਂ की भर्ती की गई है। इस समय पूरी दुनिया महंगाई के दौर चों लंघ रही है। रूस यूक्रेन विचाले चल रही जंग कारण समुचे उत्पादों की सप्लाई कड़ी विच रुकावटां पईयां ने। इहो कारण है कि कच्चे तेल दीयां कीमतां विच जबरदस्त वाधा होया। डॉलर की तुलना विच रुपया हेठले पद्धर ते पहुंच गया। हवाई जहाज़ विच पैण वाले ईंधन यानी कि जेट फ्यूल दीयां कीमतां विच भी पिछले समय तो रिकॉर्ड वाधा दर्ज होया। स्पाइस जेट कंपनी के CMD अजय सिंह ने कहा कि जेट फ्यूल दीयां कीमतां च काफ़ी वाधा हो चुका है तो रुपए की कीमत काफ़ी डिग गई है, जिसकी वजह नाल घरेलू एयरलाइनां कोल तुरंत किराया वधाउण दे इलावा बहुत घट विकल्प बचे ने। तकरीबन 10-15% किराए विच वाधे की लोड़ है ताकि हवाई संचालन सुचारू रूप नाल जारी रह सके। उन्होंने कहा कि एयर टरबाइन फ्यूल भाव ATF दीयां कीमतां च जून 2021 के बाद तो 120% का वाधा किया जा चुका है। भारत विच ATF ते कर दुनिया च सब तो ज्यादा है, लिहाजा केंद्र ते राज्य सरकारां नूं ATF कर विच तुरंत कटौती करनी चाहिए है। न्यूजीलैंड ने देश विच दाखिल होने वाले यात्रियों को वड्डी राहत दी है। न्यूजीलैंड ने इस हफ्ते यात्रियों यानी कि 20 जून तो रात 11:59 तो बाद कोविड-19 प्री डिपार्चर टेस्ट की लोड़ नहीं होएगी। कोविड-19 प्रतिक्रिया मंत्री आयशा वेरल ने वीरवार को यह जानकारी दी। मंत्री आयशा मुताबक असीं अपणियां सरहदां नूं मुड़ खोलण लई एक सावधानी भरपूर ते पड़ाववार पहुंच अपनाई है तां जो यह यकीनी बनाया जा सके कि देश विच कोविड-19 मामले दोबारा ना वध सकण। साडी रणनीति ने काम किया है अते नतीजे वजों प्री डिपार्चर टेस्ट दीयां जरूरतां नूं बहुत जल्दी खत्म करना सुरक्षित है। उन्होंने कहा कि लगभग 90% अंतरराष्ट्रीय आमद देश विच आउण तों बाद अपनी लोड़ींदी जांच करवाउंदे ने। सिर्फ 2-3% सकारात्मक दर दे नाल मंत्री आयशा ने कहा कि एक बार लोड़ खत्म होने तो बाद वो सरहदी मामलों में महत्वपूर्ण वाधे की उम्मीद नहीं करते। मंत्री ने अगे कहा कि इत्थे यात्रा करने का इरादा रखने वाले लोगों लिए टेस्ट की उपलब्धता और लागत वर्गे कारक तेजी नाल रुकावट बन रहे हैं, इसलिए प्री डिपार्चर टेस्ट दीयां जरूरतां नूं हटाया जा रहा। न्यूजीलैंड ने देश विच दाखिल होने वाले यात्रियों नूं वड्डी राहत दी है। न्यूजीलैंड आउण वाले यात्रियों नूं हुण 20 जून नूं रात 11:59 ते बाद कोविड-19 प्री डिपार्चर टेस्ट की लोड़ नहीं होएगी।
ਆਸਟ੍ਰੇਲੀਆ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਵੱਧ ਗਈ ਹੈ। ਹੁਨਰਮੰਦ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਨੇ ਗ੍ਰਹਿ ਮਾਮਲਿਆਂ ਦੇ ਵਿਭਾਗ ਨੂੰ ਵੀਜ਼ਾ ਅਰਜ਼ੀਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਨੇ। ਬੁੱਧਵਾਰ ਨੂੰ ਨਵੀਂ ਸਰਕਾਰ ਦੇ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਐਂਡਰਿਊ ਗਾਇਲਜ਼ ਨੇ ਘੋਸ਼ਣਾ ਕੀਤੀ ਕਿ ਵੀਜ਼ਾ ਅਰਜ਼ੀਆਂ ਦੇ ਬੈਕਲੌਗ ਨੂੰ ਕਲੀਅਰ ਕਰਨਾ ਮੁੱਖ ਚਿੰਤਾ ਹੈ। ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਅਸਧਾਰਨ ਦੇਰੀ ਨੂੰ ਭਾਈਚਾਰੇ ਅਤੇ ਸਾਬਕਾ ਸਰਕਾਰ ਦੁਆਰਾ ਸਾਲਾਂ ਤੋਂ ਉਠਾਇਆ ਗਿਆ ਹੈ। ਐਂਡਰਿਊ ਮੁਤਾਬਕ ਬਕਾਇਆ ਵੀਜ਼ਾ ਅਰਜ਼ੀਆਂ ਨੂੰ ਪ੍ਰੋਸੈਸ ਕਰਨਾ ਆਸਟ੍ਰੇਲੀਆਈ ਸਰਕਾਰ ਲਈ ਇੱਕ ਤਰਜੀਹ ਹੈ। ਉਹਨਾਂ ਨੇ ਗ੍ਰਹਿ ਮਾਮਲਿਆਂ ਦੇ ਵਿਭਾਗ ਕੋਲ ਵੀਜ਼ਾ ਪ੍ਰੋਸੈਸਿੰਗ ਦੀ ਮੌਜੂਦਾ ਸਥਿਤੀ ਬਾਰੇ ਆਪਣੀਆਂ ਚਿੰਤਾਵਾਂ ਉਠਾਈਆਂ ਨੇ ਅਤੇ ਉਹ ਇਹ ਯਕੀਨੀ ਬਣਾਉਣ ਲਈ ਵਚਨਬੱਧ ਨੇ ਕਿ ਵੀਜ਼ਾ ਅਰਜ਼ੀਆਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਏ। ਉਹਨਾਂ ਮੁਤਾਬਕ ਪਿਛਲੀ ਸਰਕਾਰ ਨੇ ਸਕਿਲਡ ਵਰਕਰ ਵੀਜ਼ਾ ਅਰਜ਼ੀਆਂ ਦੀ ਗਿਣਤੀ ਦੇ ਅੰਕੜੇ ਜਾਰੀ ਨਹੀਂ ਕੀਤੇ ਸਨ ਜੋ ਸਮਾਂ ਹੋਈਆਂ ਸਨ। ਹਾਲਾਂਕਿ 2014 ਵਿੱਚ 1,95,000 ਦੇ ਉੱਚ ਪੱਧਰ ਤੋਂ 2022 ਵਿੱਚ 96,000 ਤੱਕ ਆਸਟ੍ਰੇਲੀਆ ਵਿੱਚ ਹੁਨਰਮੰਦ ਅਸਥਾਈ ਵੀਜ਼ਾ ਧਾਰਕਾਂ ਦੀ ਕੁੱਲ ਗਿਣਤੀ ਘਟੀ ਹੈ। ਆਸਟ੍ਰੇਲੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ CEO ਐਂਡਰਿਊ ਨੇ ਅਨੁਸਾਰ ਰੁਜ਼ਗਾਰਦਾਤਾ ਹੁਨਰਮੰਦ ਪ੍ਰਵਾਸੀਆਂ ਲਈ ਲੰਬੀ ਪ੍ਰੋਸੈਸਿੰਗ ਸਮਾਂ ਸੀਮਾਵਾਂ ਨਾਲ ਨਜਿੱਠ ਰਹੇ ਨੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਲੰਬੇ ਵੀਜ਼ਾ ਪ੍ਰੋਸੈਸਿੰਗ ਉਡੀਕਾਂ ਨੂੰ ਘਟਾਉਣ ਲਈ ਹੋਰ ਸਰੋਤਾਂ ਦੀ ਲੋੜ ਹੈ। 2018 ਦੇ ਬਾਅਦ ਤੋਂ 476 ਵੀਜ਼ਾ ਲਈ ਇੰਤਜ਼ਾਰ ਦਾ ਸਮਾਂ, ਜੋ ਕਿ ਹਾਲ ਹੀ ਦੇ ਇੰਜੀਨੀਅਰਿੰਗ ਗ੍ਰੈਜੂਏਟਾਂ ਲਈ ਤਿਆਰ ਕੀਤਾ ਗਿਆ ਹੈ, ਜੋ 18 ਮਹੀਨਿਆਂ ਤੱਕ ਆਸਟ੍ਰੇਲੀਆ ਵਿੱਚ ਰਹਿਣਾ, ਕੰਮ ਕਰਨਾ ਜਾਂ ਅਧਿਐਨ ਕਰਨਾ ਚਾਹੁੰਦੇ ਨੇ, 41 ਮਹੀਨਿਆਂ ਤੱਕ ਵੱਧ ਗਿਆ ਹੈ। ਚੀਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਬੀਜਿੰਗ ਵੱਲੋਂ ਲਾਈਆਂ ਗਈਆਂ ਸਖਤ ਵੀਜ਼ਾ ਪਾਬੰਦੀਆਂ ਕਾਰਨ 2 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਫਸੇ ਭਾਰਤੀ ਪੇਸ਼ੇਵਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਵੀਜ਼ਾ ਜਾਰੀ ਕਰਨ ਦੀ ਯੋਜਨਾ ਦਾ ਇਸ ਹਫ਼ਤੇ ਐਲਾਨ ਕੀਤਾ। ਇਸ ਤੋਂ ਇਲਾਵਾ ਚੀਨ ਸਰਕਾਰ ਚੀਨੀ ਯੂਨੀਵਰਸਿਟੀਜ਼ ਵਿੱਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦਾ ਵੀ ਨਿਪਟਾਰਾ ਕਰ ਰਹੀ ਹੈ, ਜਿਨ੍ਹਾਂ ਨੇ ਪੜ੍ਹਾਈ ਲਈ ਆਪਣੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵਾਪਸ ਜਾਣ ਦੀ ਇੱਛਾ ਜ਼ਾਹਿਰ ਕੀਤੀ ਹੈ। ਸੋਮਵਾਰ ਨੂੰ ਭਾਰਤ ਵਿੱਚ ਸਥਿਤ ਚੀਨੀ ਦੂਤਘਰ ਨੇ 2 ਸਾਲਾਂ ਤੋਂ ਵੱਧ ਸਮੇਂ ਬਾਅਦ ਆਪਣੇ ਕੋਵਿਡ-19 ਵੀਜ਼ਾ ਨੀਤੀ ਨੂੰ ਅਪਡੇਟ ਕੀਤਾ, ਜਿਸ ਤਹਿਤ ਸਾਰੇ ਖੇਤਰਾਂ ਵਿੱਚ ਕੰਮ ਮੁੜ ਸ਼ੁਰੂ ਕਰਨ ਲਈ ਚੀਨ ਪਰਤਣ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਤੇ ਉਹਨਾਂ ਦੇ ਪਰਿਵਾਰਾਂ ਤੋਂ ਵੀਜ਼ਾ ਅਰਜ਼ੀਆਂ ਮੰਗੀਆਂ ਜਾਣਗੀਆਂ। ਇਹ ਕਦਮ ਉਹਨਾਂ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ ਹੈ ਜੋ 2020 ਤੋਂ ਸਵਦੇਸ਼ ਵਿੱਚ ਫਸੇ ਹੋਏ ਨੇ। ਪਿਛਲੇ ਮਹੀਨੇ ਚੀਨ ਵਿੱਚ ਰਹਿ ਰਹੇ ਕਈ ਭਾਰਤੀ ਪੇਸ਼ੇਵਰਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਭਾਰਤ ਵਿੱਚ ਫਸੇ ਆਪਣੇ ਪਰਿਵਾਰਾਂ ਨੂੰ ਵਾਪਸ ਆਉਣ ਦੀ ਆਗਿਆ ਦੇਣ ਲਈ ਬੀਜਿੰਗ ਤੇ ਦਬਾਅ ਪਾਉਣ ਦੀ ਅਪੀਲ ਕੀਤੀ ਸੀ। ਨਵੀਂ ਦਿੱਲੀ ਸਥਿਤ ਚੀਨੀ ਦੂਤਘਰ ਨੇ ਕਿਹਾ ਕਿ ਭਾਰਤੀਆਂ ਤੋਂ ਇਲਾਵਾ ਉਹਨਾਂ ਚੀਨੀ ਅਤੇ ਵਿਦੇਸ਼ੀ ਨਾਗਰਿਕਾਂ ਦੇ ਪਰਿਵਾਰ ਵੀ ਆਪਣੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਵੀਜ਼ਾ ਅਪਲਾਈ ਕਰ ਸਕਦੇ ਨੇ, ਜਿਨ੍ਹਾਂ ਕੋਲ ਚੀਨ ਤੋਂ ਸਥਾਈ ਨਿਵਾਸ ਪਰਮਿਟ ਹੈ। ਪੁਲਿਸ ਕਲੀਅਰੈਂਸ ਸਰਟੀਫਿਕੇਟ ਯਾਨੀ ਕਿ PCC ਦੀ ਮੰਗ ਕਰਨ ਵਾਲੇ ਨਿਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ PCC ਜਾਰੀ ਕਰਨ ਲਈ ਖੇਤਰੀ ਪਾਸਪੋਰਟ ਅਧਿਕਾਰੀ ਦਾ ਕੋਟਾ ਮੌਜੂਦ 450 ਅਪਾਇੰਟਮੈਂਟ ਰੋਜ਼ਾਨਾ ਤੋਂ ਵਧਾ ਕੇ 600 ਕਰ ਦਿੱਤਾ ਗਿਆ ਇਸ ਹਫ਼ਤੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਅਧਿਕਾਰੀ ਜਸ਼ਪਾਲ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਜਲੰਧਰ ਦੇ RPO ਵੱਲੋਂ ਬੇਨਤੀ ਕਰਨ ਤੇ ਲੋਕਾਂ ਦੀ ਸਹੂਲਤ ਲਈ ਇਹ ਫੈਸਲਾ ਲਿਆ ਗਿਆ। ਜਸ਼ਪਾਲ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ PCC ਨਿਰਵਿਘਨ ਅਤੇ ਉਚਿਤ ਢੰਗ ਨਾਲ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਉਹਨਾਂ ਨੇ ਦੱਸਿਆ ਕਿ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਅਤੇ ਹਾਲ ਹੀ ਵਿੱਚ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਦੀ ਸਹੂਲਤ ਲਈ ਇਸ ਕੋਟੇ ਨੂੰ ਵਧਾਉਣ ਲਈ ਮੰਤਰਾਲੇ ਨੂੰ ਵਿਸਤਾਰਤ ਤਜਵੀਜ਼ ਵੀ ਭੇਜੀ ਗਈ ਹੈ। ਪਹਿਲਾਂ ਅਪਾਇੰਟਮੈਂਟ 135 ਰੋਜ਼ਾਨਾ ਸੀ, ਪਰ PCC ਦੀ ਮੰਗ ਰੋਜ਼ਾਨਾ ਵੱਧ ਰਹੀ ਸੀ। ਇਸ ਲਈ RPO ਇਸ ਮੁੱਦੇ ਨੂੰ MEA ਅੱਗੇ ਉਠਾਇਆ ਗਿਆ, ਜਿਸ ਨੂੰ ਵਧਾ ਕੇ ਅੱਗੇ 180 ਕਰ ਦਿੱਤਾ ਗਿਆ। RPO ਵੱਲੋਂ ਫਿਰ ਬੇਨਤੀ ਕਰਨ ਤੇ ਕੋਟੇ ਨੂੰ ਹਾਲ ਹੀ ਵਿੱਚ ਵਧਾ ਕੇ 270 ਤੇ ਫਿਰ 450 ਕੀਤਾ ਗਿਆ ਤੇ ਹੁਣ ਇਸ ਨੂੰ 600 PC ਰੋਜ਼ਾਨਾ ਤੱਕ ਵਧਾ ਦਿੱਤਾ ਗਿਆ। ਪਾਸਪੋਰਟ ਨਾਲ ਸੰਬੰਧਿਤ ਬਿਹਤਰੀਨ ਸੇਵਾਵਾਂ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ RPO ਨੇ ਕਿਹਾ ਕਿ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਕੋਈ ਘਾਟ ਬਾਕੀ ਨਹੀਂ ਛੱਡੀ ਜਾਏਗੀ। ਉਹਨਾਂ ਨੇ ਕਿਹਾ ਕਿ ਹਰ ਸੇਵਾ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਜਾਣਕਾਰੀ। ਅਗਲੇ ਹਫਤੇ ਫਿਰ ਤੋਂ ਹਾਜ਼ਰ ਹੋਵਾਂਗੀ ਮੈਂ ਬਹੁਤ ਸਾਰੀ ਜਾਣਕਾਰੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਲੈ ਕੇ। ਫਿਲਹਾਲ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਦੇਖते रहो पंजाब मेल USA TV। सत श्री अकाल। साडा YouTube चैनल पंजाब मेल USA TV जरूर सबसक्राइब करो।